ਪੰਜਾਬ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇੱਕ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਉਹ ਬਿੱਲ ਹੈ ਪੰਜਾਬ ਪੱਖੀ ਕਿ ਪੰਜਾਬ ਦੇ ਵਿੱਚ ਸਿਰਫ ਪੰਜਾਬੀ ਹੀ ਜ਼ਮੀਨ ਖਰੀਦ ਸਕਦਾ ਹੈ। ਤਾਂ ਖਹਿਰਾ ਸਾਹਿਬ ਮੇਰੇ ਨਾਲ ਨੇ। ਖਹਿਰਾ ਸਾਹਿਬ, ਬਿੱਲ ਅਸਲ ਦੇ ਵਿੱਚ ਹੈ ਕੀ ਹੈ, ਕੀ ਕਵਾਇਦ ਕੀ ਹੈ? ਦੇਖੋ, ਇਹ ਸਮੱਸਿਆ ਆ ਰਹੀ ਪੰਜਾਬ ਦੇ ਵਿੱਚ ਕਿ ਸਾਡਾ ਜਿਹੜਾ ਜਿੰਨਾ ਪੜ੍ਹਿਆ ਲਿਖਿਆ ਨੌਜਵਾਨ ਆ, ਜਿਹਨੂੰ ਅਸੀਂ ਇੱਕ ਐਜੂਕੇਟਿਡ ਹਿਊਮਨ ਰਿਸੋਰਸ ਕਹਿੰਦੇ ਆ, ਉਹ ਆਪਣੀ ਪੜ੍ਹਾਈ ਕੰਪਲੀਟ ਕਰਦੇ ਸਾਰੀ ਸਭ ਵਿਦੇਸ਼ਾਂ ਨੂੰ ਭੱਜ ਰਹੇ ਨੇ, ਕਿਉਂਕਿ ਇੱਥੇ ਨੌਕਰੀਆਂ ਨਹੀਂ, ਇੱਥੇ ਇੰਡਸਟਰੀ ਫੇਲ ਹੈ ਗਏ, ਇੱਥੇ ਐਗਰੀਕਲਚਰ ਫੇਲ ਹੋ ਗਿਆ, ਕੀਮਤਾਂ ਨੇ ਦਿੱਤੀਆਂ ਸਾਡੀਆਂ ਫਸਲਾਂ ਦੀਆਂ ਓਵਰ ਅ ਪੀਰੀਅਡ ਆਫ ਟਾਈਮ। ਤੇ ਇਹ ਜਿਹੜਾ ਮਾਈਗ੍ਰੇਸ਼ਨ ਦਾ ਟ੍ਰੈਂਡ ਹੈ, ਜਿਹਨੂੰ ਅੰਗਰੇਜ਼ੀ 'ਚ ਆਪਾਂ ਐਕਸੋਡਸ ਵੀ ਕਹਿ ਦਿੰਦੇ ਆ, ਇਹ ਬਹੁਤ ਵੱਡੀ ਸਪੀਡ ਤੇ ਆ। ਸ਼ਾਇਦ ਮੈਂ ਗਲਤ ਨਾ ਹੋਵਾਂ ਤੇ 3 ਕਰੋੜ ਆਬਾਦੀ ਚੋਂ ਹੁਣ ਤੱਕ 1/6 ਪੋਪੂਲੇਸ਼ਨ ਪੰਜਾਬ ਦੀ ਵਿਦੇਸ਼ਾਂ 'ਚ ਮਾਈਗ੍ਰੇਟ ਕਰ ਚੁੱਕੀ ਆ। ਵਾਈਲ ਵੀ ਆਰ ਟਾਕਿੰਗ ਮੇਬੀ ਇਵਨ ਮੋਰ, 50 ਲੱਖ ਬੰਦਾ ਸਾਡਾ ਪੰਜਾਬ ਦਾ ਬਾਹਰ ਜਾ ਕੇ ਚਲੇ ਗਿਆ। ਔਰ ਜਦੋਂ ਕੋਈ ਪੜ੍ਹਿਆ ਲਿਖਿਆ ਨੌਜਵਾਨ ਬਾਹਰ ਜਾਂਦਾ, ਉਹ ਇਕੱਲਾ ਨੌਜਵਾਨ ਨਹੀਂ ਜਾਂਦਾ, ਉਹਦੇ ਨਾਲ ਸਾਡੀ ਇਕੋਨਮੀ ਇਰੋਡ ਹੋ ਰਹੀ ਆ। ਜਿਹੜਾ ਬੱਚਾ ਲੈਟਸ ਸੇ ਕੈਨੇਡਾ ਜਾ ਰਿਹਾ ਵਾ, ਉਹ ਆਪਣੇ ਨਾਲ ਜਾਣ ਲੱਗਾ PR ਤੇ ਜਾਂ ਸਟੱਡੀ ਵੀਜ਼ਾ ਤੇ ਜਾਂ ਵਰਕ ਪਰਮਿਟ ਤੇ ਰੁਪਈਆ 20-25 ਲੱਖ ਲੈ ਕੇ ਜਾਂਦਾ। ਤੇ ਮੈਨੂੰ ਦੱਸਿਆ ਗਿਆ ਕਿ ਇਕੱਲੇ ਕੈਨੇਡਾ ਨੂੰ ਹਰ ਸਾਲ ਪੰਜਾਬ 'ਚੋਂ 2 ਲੱਖ ਨੌਜਵਾਨ ਜਾ ਰਿਹਾ। ਸੋ ਲਾ ਲਓ ਤੁਸੀਂ ਕਿ 2 ਲੱਖ ਨੌਜਵਾਨ ਦੇ ਨਾਲ ਹਰ ਬੱਚੇ ਨਾਲ ਜੇ 25 ਲੱਖ ਰੁਪਇਆ ਜਾਊਗਾ, ਉਹ ਸਾਡੀ ਇਕੋਨਮੀ ਵੀ ਇਰੋਡ ਹੋ ਗਈ। ਸੋ ਹੁਣ ਉਹਦਾ ਇਫੈਕਟ ਕੀ ਆ ਕਿ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਇਜ਼ ਅੰਡਰ ਥ੍ਰੈਟ। ਸਿੱਖ ਜਿਹੜੇ ਨੇ ਉਹ ਇਸ ਦੇਸ਼ ਵਿੱਚ ਵੈਸੇ ਹੀ ਘੱਟ ਗਿਣਤੀ ਨੇ, ਤੇ ਜੇ ਅਸੀਂ ਪੰਜਾਬ ਦੇ ਵਿੱਚ ਵੀ ਘੱਟ ਗਿਣਤੀ ਹੋ ਗਏ ਤੇ ਸਾਡੀ ਤਾਂ ਐਗਜ਼ਿਸਟੈਂਸ ਹੀ ਖਤਮ ਹੋ ਜੂ। ਸੋ ਆਈਡੈਂਟੀਟੀ ਬਚਾਉਣ ਲਈ, ਪੰਜਾਬੀਆਂ ਦੀ ਆਈਡੈਂਟੀਟੀ ਬਚਾਉਣ ਲਈ, I have researched and come to a conclusion that we need to introduce a private members bill in the Vidhan Sabha, which will restrict, which will to some extent ਇੱਦਾਂ ਦੀਆਂ ਕੰਡੀਸ਼ਨਸ ਹੋਣਗੀਆਂ ਕਿ ਕੋਈ ਵੀ ਬਾਹਰੋਂ ਆਣ ਕੇ ਇੱਕਦਮ ਐਗਰੀਕਲਚਰਿਸਟ ਜਾਂ ਜ਼ਮੀਨ ਲੈ ਕੇ ਇੱਥੋਂ ਦਾ ਪੰਜਾਬ ਦਾ ਮਾਲਕ ਨਹੀਂ ਬਣ ਸਕਦਾ। ਉਹ ਕੰਮ ਕਰੇ, ਇੰਡਸਟਰੀ ਲਾਵੇ, ਬਿਕੋਜ਼ ਦੇਰ ਆਰ ਸਰਟਨ ਰਿਸਟ੍ਰਿਕਸ਼ਨਸ। ਔਰ ਇਹ ਬਿੱਲ ਇਕੱਲਾ ਮੈਂ ਨਹੀਂ ਪਹਿਲਾਂ ਇੰਟਰੋਡਿਊਸ ਕਰਨ ਲੱਗਿਆ, ਇਹ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ 1972 'ਚ ਲਾਗੂ ਹੋ ਚੁੱਕਾ। ਇਟਸ ਕਾਲਡ ਰਿਫਾਰਮਸ ਇਨ ਦ ਲੈਂਡ ਐਂਡ ਟੈਨੈਂਸੀ ਐਕਟ ਆਫ ਦ ਸਟੇਟ 1972। ਉਹਦਾ ਸੈਕਸ਼ਨ ਹੈ 118। ਅਸੀਂ ਉਸ ਨੂੰ ਆਧਾਰ ਬਣਾ ਕੇ ਰਾਜਸਥਾਨ ਵੀ ਬਣਾਇਆ ਹੋਇਆ। ਤੁਸੀਂ ਕਿਤੇ ਵੀ ਜਾ ਕੇ ਹਿਮਾਚਲ ਵਿੱਚ ਸਿੱਧਾ, ਜੇ ਤੁਸੀਂ ਬੋਨਾਫਾਈਡ ਹੀ ਹਿਮਾਚਲੀ ਨਹੀਂ ਗਏ ਤੇ ਤੁਸੀਂ ਜਾ ਕੇ ਬਾਹਰੋਂ ਜਾ ਕੇ ਤੁਰੰਤ ਜ਼ਮੀਨ ਨਹੀਂ ਖਰੀਦ ਸਕਦੇ। ਤੁਸੀਂ ਲੈ ਸਕਦੇ ਹੋ, ਪਰ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ। ਅਸੀਂ ਵੀ ਚਾਹੁੰਦੇ ਕਿ ਪੰਜਾਬ ਦੇ ਵਿੱਚ ਇਦਾਂ ਦਾ ਕਾਨੂੰਨ ਬਣੇ। ਐਂਡ ਆਈ ਹੈਵ ਡਿਸਕਸ ਦਿਸ ਮੈਟਰ ਵਿਦ ਦ ਲੀਡਰ ਆਫ ਆਪੋਜੀਸ਼ਨ, ਸਾਡੇ ਜਿਹੜੀ ਪਾਰਟੀ ਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ, ਸਪੀਕਰ ਸਾਹਿਬ ਨੂੰ ਮਿਲਾਂਗੇ, ਉਹਨਾਂ ਨੂੰ ਸਮਝਾਵਾਂਗੇ ਤਾਂ ਕਿ ਬਿੱਲ ਜਿਹੜਾ ਸਰਬਸੰਮਤੀ ਦੇ ਨਾਲ ਪੰਜਾਬ ਪਾਸ ਕੀਤਾ ਜਾਵੇ, ਤਾਂ ਹੀ ਉਹ ਸਾਡੀ ਆਈਡੈਂਟੀਟੀ ਬਚੂ। ਪਹਿਲਾਂ ਆਈਡੈਂਟੀਟੀ ਬਚਾਉਣੀ ਆ ਅਸੀਂ। ਕੋਈ ਰਿਸਰਚ ਕੀਤੀ ਹੈ ਕਿ ਗੈਰ ਪੰਜਾਬੀ ਪੰਜਾਬ ਦੇ ਵਿੱਚ ਕਿੰਨੀ ਕੁ ਜਗ੍ਹਾ ਖਰੀਦ ਚੁੱਕੇ ਨੇ? ਕਿਉਂਕਿ ਵੱਡਾ ਇੱਕ ਕਹਾਣੀ ਵੀ ਹੋ ਰਿਹਾ। ਇੱਕ MLA ਬੈਠਾ ਵਾ ਬਾਹਰੋਂ ਆਣ ਕੇ ਪੰਜਾਬ ਦੀ ਵਿਧਾਨ ਸਭਾ 'ਚ, ਕਿੰਨੇ ਲੈਵਲ ਦੇ ਉੱਤੇ ਕਾਉਂਸਲਰਸ ਬੈਠੇ ਆ। ਅਸੀਂ ਉਹਨਾਂ ਕਿਸੇ ਦੇ ਖਿਲਾਫ ਨਹੀਂ ਗਏ, ਬਟ ਦੇਰ ਹੈਜ਼ ਟੂ ਬੀ ਅ ਸਿਸਟਮ, ਦੇਰ ਹੈਜ਼ ਟੂ ਬੀ ਏ ਰੂਟ ਵਿਚ ਦ ਪੀਪਲ ਮਸਟ ਅਡੋਪਟ, then only they can become permanent residents of the state। ਅਸੀਂ ਹੁਣ ਬਾਹਰੋਂ ਆਣ ਕੇ ਕੰਮ ਕਰਨ ਦਾ ਕੋਈ ਇਤਰਾਜ਼ ਨਹੀਂ। ਇਹ ਤਾਂ ਖਾਸੀ ਵੱਡੀ ਆਬਾਦੀ ਹੋ ਚੁੱਕੀ। ਤੁਸੀਂ ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖੋ ਪੰਜਾਬ ਦੇ ਵਿੱਚ, ਉਹਦੇ ਤੋਂ ਦੇਖੋਗੇ ਆਲਮੋਸਟ 40-50% ਬੱਚੇ ਜਿਹੜੇ ਸਰਕਾਰੀ ਸਕੂਲ ਕਹਿ ਰਹੇ ਪਿੰਡਾਂ ਦੇ, ਉਹ ਹੈ ਹੀ ਗੈਰ ਪੰਜਾਬੀਆਂ ਦੇ ਬੱਚੇ ਨੇ। ਸਾਡੇ ਬੱਚੇ ਤਾਂ ਪੜ੍ਹ ਹੀ ਨਹੀਂ ਰਹੇ। ਸਾਡੇ ਬੱਚੇ ਤਾਂ ਬਸ 10ਵੀਂ 12ਵੀਂ ਕੱਢਦੇ ਨੇ ਤੇ ਆਈਲੈਟਸ ਦਾ ਕੋਰਸ ਕਰਦੇ ਨੇ ਤੇ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ। ਸੋ ਇਹ ਡੈਮੋਗ੍ਰਾਫਿਕ ਸਿਚੁਏਸ਼ਨ, ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਰਿਸਰਚ ਕੀਤੀ। ਅੱਜ ਦਾ ਵੀ ਜਿਹੜਾ ਫੰਕਸ਼ਨ ਇੱਥੇ ਸੀਗਾ ਸਬਰ ਫਾਊਂਡੇਸ਼ਨ ਖਾਲਸਾ ਏਡ ਵੱਲੋਂ, ਉਹ ਇਸੇ ਗੱਲ ਤੇ ਫੋਕਸ ਹੈ ਕਿ ਬੱਚਿਆਂ ਨੂੰ ਕਹਿੰਦੇ ਜੀ ਅਸੀਂ ਪੜ੍ਹਾ ਲਿਖਾ ਕੇ IAS ਤੇ IPS ਆਫਿਸਰਸ ਬਣਾਉਣਾ। ਉਹ ਤਾਂ ਹੀ ਉਹ ਬਣਨਗੇ ਜੇ ਇੱਥੇ ਰਹਿਣਗੇ ਤਾਂ। ਇਸ ਕਰਕੇ ਉਹਨਾਂ ਇਹ ਬੜਾ ਅੱਛਾ ਉਪਰਾਲਾ ਹੈਗਾ ਵਾ। ਮੈਂ ਤਾਂ ਬਹੁਤ ਦੇਰ ਦਾ ਕਹਿ ਰਿਹਾ ਕਿ ਜਿਹੜੀਆਂ ਸਰਕਾਰਾਂ ਨੇ ਨਾ, ਇਹ ਲੌਂਗ ਟਰਮ ਪਾਲਿਸੀਜ਼ ਨਹੀਂ ਬਣਾ ਰਹੀਆਂ। ਇਹ ਨੀ ਜਰਕ ਹੈਗੇ ਦੇ ਦੇਰੇ ਸੋਲਿਊਸ਼ਨਸ ਕਿ ਬਸ ਸ਼ਾਰਟ ਟਰਮ ਕੋ ਗੱਲ ਕਰ। ਜਿੱਦਾਂ ਹੁਣ ਲੈਟਸ ਸੇ ਭਗਵੰਤ ਮਾਨ ਕਹਿ ਰਿਹਾ ਜੀ ਅਸੀਂ 35,000 ਬੱਚਾ ਦੇ ਦਾਂਗੇ, ਕਦੀ ਕਹਿੰਦੇ 25,000 ਨੌਕਰੀ ਦੇ ਦਾਂਗੇ। ਇਜ਼ ਦੈਟ ਦੀ ਸੋਲਿਊਸ਼ਨ? ਨੋ। ਕਿਉਂਕਿ ਐਟ ਐਨੀ ਗਿਵਨ ਟਾਈਮ ਪੰਜਾਬ ਦੇ ਵਿੱਚ ਬੇਰੁਜ਼ਗਾਰ ਬੱਚਾ ਤਾਂ ਘੁੰਮਦਾ ਵਾ 25 ਲੱਖ, ਤੇ ਅਸੀਂ ਨੌਕਰੀ ਦੇ ਵੀ ਦਿੱਤੀ 25,000 ਨੂੰ, ਤੇ ਬਾਕੀ ਜਿਹੜਾ 24,75,000 ਉਹ ਕਿੱਥੇ ਜਾਊਗਾ? ਸੋ ਉਹਦੇ ਲਈ ਇੱਕ ਡਿਫਰੈਂਟ ਸੋਲਿਊਸ਼ਨ ਹੈ। ਉਹਦੇ ਲਈ ਡਿਫਰੈਂਟ ਸੋਲਿਊਸ਼ਨ ਹੈ ਕਿ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਖੁੱਲ੍ਹਣਾ ਚਾਹੀਦਾ। ਕਿਉਂਕਿ ਦੇਖੋ, ਇੰਡੀਆ ਦੇ ਆਪਾਂ ਨੁੱਕਰ ਦੀ ਸਟੇਟ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਅਸੀਂ ਲੈਂਡ ਲੌਕਡ ਆ, ਸਾਡੇ ਕੋਲ ਕੋਈ ਨੈਚੁਰਲ ਰਿਸੋਰਸ ਪਾਣੀ ਤੋਂ ਬਗੈਰ ਨਹੀਂ, ਪਾਣੀ ਵੀ ਸਾਡਾ ਖਪਤ ਹੋ ਚੱਲਿਆ ਵਾ। ਤੋ ਪਾਕਿਸਤਾਨ ਦਾ ਬਾਰਡਰ ਸੀ ਜਿਹੜਾ, ਇਹਨੂੰ ਪੁਰਾਣਾ ਸਿਲਕ ਰੂਟ ਕਹਿੰਦੇ ਸੀਗੇ, ਪੁਰਾਣਾ ਚੱਲਦਾ ਸੀ, ਲੈਂਡ ਰੂਟ ਆ। ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਮੰਗੋਲੀਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਰਾਈਟ ਅਪ ਟਿਲ ਰਸ਼ੀਆ, ਐਡੀ ਵੱਡੀ ਮਾਰਕੀਟ ਆ ਕਿ ਸਾਡੀ ਇੰਡਸਟਰੀ ਵੀ ਥਰਾਈਵ ਕਰ ਜੂਗੀ। ਸਾਡੀ ਖੇਤੀ ਦੀਆਂ ਜਿਹੜੀਆਂ ਫਸਲਾਂ ਦੀਆਂ ਕੀਮਤਾਂ ਵਾਜਬ ਮਿਲ, ਜਿੱਦਾਂ ਕਣਕ ਤੇ ਝੋਨਾ ਹੀ ਆ, 2 ਫਸਲਾਂ, ਇੱਥੇ 2,000 ਰੁਪਏ ਨੂੰ ਕੁਇੰਟਲ ਆ। ਜੇ ਇਹ ਰੂਟ ਖੁੱਲਾ ਹੋਵੇ, ਇਹ ਘੱਟੋ ਘੱਟ 4-5 ਹਜ਼ਾਰ ਨੂੰ ਕੁਇੰਟਲ ਸਾਡੀ ਫਸਲ ਵਿਕੇਗੀ। ਆਪੇ ਵਾਰੇ ਨਿਆਰੇ ਹੋ ਜਾਣਗੇ। ਸੋ ਦੀਜ਼ ਆਰ ਦ ਸੋਲਿਊਸ਼ਨਸ ਵਿਚ ਆਰ ਲੌਂਗ ਟਰਮ। ਇਸ ਮਸਲੇ ਤੋਂ ਹਟ ਕੇ ਇੱਕ ਤੁਸੀਂ ਮੁਲਾਕਾਤ ਕਰਕੇ ਆਏ ਹੋ ਨਵਜੋਤ ਸਿੰਘ ਸਿੱਧੂ ਹੋਣਾ ਦੇ ਨਾਲ,
ਤੁਸੀਂ ਖਦਸ਼ਾ ਇਹ ਵੀ ਜਤਾਇਆ ਕਿ ਸ਼ਾਇਦ ਤਰੀਕ ਅੱਗੇ ਪਿੱਛੇ ਹੋ ਸਕਦੀ ਹੈ। ਤੁਹਾਨੂੰ ਕਿਉਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ 26 ਤਰੀਕ ਨੂੰ ਬਾਹਰ ਨਹੀਂ ਆ ਸਕਦੇ? ਕੁਝ ਚਰਚਾਵਾਂ ਹੀ ਸੁਣੀਆਂ, ਕੁਝ ਜਿਹੜੇ ਉੱਥੇ ਪੋਲੀਟੀਕਲ ਸਾਡੇ ਦੋਸਤ ਹੋਰ ਵੀ ਬੈਠੇ ਸੀਗੇ, ਉਹਨਾਂ ਨੇ ਜ਼ਿਕਰ ਕੀਤਾ ਕਿ ਸ਼ਾਇਦ ਕੋਈ ਇਦਾਂ ਦਾ ਮਨਸੂਬਾ ਘੜਿਆ ਜਾ ਰਿਹਾ ਕਿ ਇਹਦੀ ਜਿਹੜੀ ਰਿਲੀਜ਼ ਨੂੰ ਡਿਲੇ, ਬਿਕੋਜ਼ ਨੋਰਮਲ ਕੋਰਸ ਵਿੱਚ ਆਰਟੀਕਲ 161 ਆਫ ਦ ਕਨਸਟੀਟਿਊਸ਼ਨ ਪ੍ਰੋਵਾਈਡਸ ਫॉर ਪ੍ਰੀਮੈਚੁਰ ਰਿਲੀਜ਼, ਕਿ ਜਿਹਨੇ ਬੰਦੇ ਨੇ ਸ਼ਾਇਦ 60% ਆਪਣੀ ਸਜ਼ਾ ਕੱਟ ਲਈ ਆ, ਉਹਨਾਂ ਨੂੰ ਫਿਰ ਜੋ ਬਣਦੀਆਂ ਛੁੱਟੀਆਂ, ਜੋ ਬਣਦੇ ਰਿਮਿਟੈਂਸਸ ਨੇ ਉਹ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ। ਤੋਂ ਆਈ ਐਮ ਟੋਲਡ ਕਿ ਨਵਜੋਤ ਸਿੰਘ ਸਿੱਧੂ ਨੇ 68% ਆਪਣਾ ਸੈਂਟੈਂਸ ਕੱਟ ਲਿਆ ਵਾ, ਤਾਂ ਉਹਨੂੰ 26 ਜਨਵਰੀ ਨੂੰ ਰਿਹਾ ਕਰਨਾ ਚਾਹੀਦਾ। ਤਾਂ ਹੁਣ ਸਰਕਾਰ ਦੇ ਡਿਪੈਂਡ ਹੈ ਕਿ ਇਹ ਅੜਿੱਕਾ ਪਾ ਸਕਦੀ ਹੈ, ਰੋਕ ਸਕਦੀ ਹੈ, ਬਟ ਅਲਟੀਮੇਟਲੀ ਹੋਰ ਮਹੀਨਾ 2 ਮਹੀਨੇ ਰੱਖ ਸਕਦੇ ਅੰਦਰ। ਹੀ ਇਜ਼ ਕੁਆਇਟ ਮੈਂਟਲੀ ਸਟਰੋਂਗ ਐਂਡ ਨਾਟ ਵਰਿਡ ਟੂ ਦਿਸ ਸੈਂਸ ਕਿ ਅਸੀਂ ਕੋਈ ਮੈਨੂੰ ਜੇ ਨਹੀਂ ਵੀ ਛੱਡਦੇ 26 ਨੂੰ, ਲੇਕਿਨ ਮੈਂ ਸਰਕਾਰ ਨੂੰ ਕਹੂੰਗਾ ਕਿ ਇਸ ਤਰ੍ਹਾਂ ਨਾ ਕਰਕੇ ਤੁਸੀਂ ਕਿਸੇ ਨਾਲ ਬੇਇਨਸਾਫੀ ਕਰੋ। ਚਰਚਾ ਵੀ ਹੋ ਰਹੀ ਹੈ ਕਿ ਕਾਂਗਰਸ ਦੇ ਵਿੱਚ 2 ਧੜੇ ਹੋ ਰਹੇ ਨੇ, ਰਾਜਾ ਵੜਿੰਗ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਨੂੰ ਉਹ ਬੰਦੇ ਮਿਲ ਰਹੇ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਕਾਂਗਰਸ ਨੇ ਪਹਿਲਾਂ ਇਗਨੋਰ ਵੀ ਕੀਤਾ ਸੀਗਾ। ਤੁਹਾਨੂੰ ਲੱਗਦਾ ਵੀ ਇਹ ਵਾਕਈ ਧੜੇਬਾਜ਼ੀ ਦਾ ਫਿਰ ਕਾਂਗਰਸ ਮੈਂ ਵਿੱਚ? ਇਸ ਤਰ੍ਹਾਂ ਦੀ ਨਾ ਗੱਲ 'ਚ ਪੈਣਾ ਨਹੀਂ ਚਾਹੁੰਦਾ, ਜੇ ਮੇਰੇ ਕੋਲ ਕੰਮ ਹੀ ਇੰਨਾ ਆਪਣਾ ਹੈਗਾ ਪੋਜ਼ਿਟਿਵ ਏਜੰਡਾ ਵਾ ਕਿ ਇਹ ਮੈਂ ਧੜੇਬਾਜ਼ੀ ਨੂੰ, ਐਂਡ ਆਈ ਰੀਅਲੀ ਡੋਂਟ ਥਿੰਕ ਸੋ, ਬਿਕੋਜ਼ ਨਵਜੋਤ ਸਿੱਧੂ ਇੱਕ ਵੈਲ ਮੀਨਿੰਗ ਸਮਝਦਾਰ ਆਦਮੀ ਆ, ਉਹ ਕਿਉਂ ਧੜੇਬੰਦੀ ਜੀ ਪੈਦਾ ਕਰੂਗਾ। ਔਰ ਜਿਹੜਾ ਸਾਡਾ ਪ੍ਰੈਜ਼ੀਡੈਂਟ ਆ ਉਹ ਵੀ ਮੈਂ ਸਮਝਦਾ ਕਿ ਸੂਝਵਾਨ ਵਿਅਕਤੀ ਲਾਇਆ ਪਾਰਟੀ ਨੇ ਕੱਢ ਕੇ। ਵੈਸੇ ਵੀ ਮੈਂ ਇਸ ਤਰ੍ਹਾਂ ਦੀ ਗੱਲ ਵਿੱਚ ਆਉਣਾ ਹੀ ਨਹੀਂ ਚਾਹੁੰਦਾ, ਬਿਕੋਜ਼ ਪੰਜਾਬ ਦੇ ਕਿੰਨੇ ਮਸਲੇ ਨੇ ਹੋਰ, ਸਾਡੇ ਪਾਣੀਆਂ ਦਾ ਮਸਲਾ ਵਾ, ਸਾਡੇ ਬੇਰੁਜ਼ਗਾਰੀ ਦਾ ਮਸਲਾ, ਡਰੱਗਸ ਦਾ ਮਸਲਾ, ਬੇਅਦਬੀ ਦਾ ਮਸਲਾ, ਕਿੰਨੇ ਮਸਲੇ ਨੇ। ਅਸੀਂ ਪਹਿਲਾਂ ਉਹਦੇ ਤੇ ਫੋਕਸ ਕਰੀਏ ਕਿ ਪਹਿਲਾਂ ਆਪਸ 'ਚ ਲੜ ਪਈਏ। ਰਾਜਾ ਵੜਿੰਗ ਹੋਣੀ ਕਦੇ ਕਿਤੇ ਨਾ ਕਿਤੇ ਬਿਆਨ ਉੱਤੇ ਥੱਲੇ ਦੇ ਦਿੰਦੇ ਨੇ, ਉਹ ਕਹਿੰਦੇ ਨਾ ਸਾਡੀ ਕੋਈ ਤਿਆਰੀ ਹੈ, ਮਤਲਬ ਇਸ ਤਰੀਕੇ ਦੇ ਬਿਆਨ ਦੇ ਦਿੰਦੇ ਨੇ ਜਿਹਦੇ ਵਿੱਚ ਲੱਗਦਾ ਵੀ ਇਹ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਮੈਂ ਸਮਝਦਾ ਕਿ ਸਾਡੀ ਪਾਰਟੀ ਦਾ ਕੰਮ, ਜਦੋਂ ਅਸੀਂ ਹੁਣ ਫੌਜਾ ਸਿੰਘ ਸਰਾਰੀ ਨੂੰ ਅਸਤੀਫਾ ਦੇਣਾ ਪਿਆ, ਆਫਟਰ ਆਲ ਕਾਂਗਰਸ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪ੍ਰੈਸ਼ਰ ਪਾਇਆ ਤਾਂ ਹੀ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ। ਹੁਣ ਕਹਿੰਦੇ ਨੇ ਜੀ ਅਸੀਂ ਦਿੱਤਾ ਅਸਤੀਫਾ ਪਰਸਨਲ ਰੀਜ਼ਨਸ, ਇਹ ਪਰਸਨਲ ਰੀਜ਼ਨ ਥੋੜੋ ਆ, ਇਹ ਤਾਂ ਉਹਦੀ ਆਡੀਓ ਸਾਰਿਆਂ ਨੇ ਸੁਣ ਲਈ ਕਿ ਕਿੱਦਾਂ ਉਹ ਸਾਜ਼ਿਸ਼ ਬਣਾ ਕੇ ਪੈਸੇ ਐਕਸਟੋਰਟ ਕਰ ਰਿਹਾ ਸੀਗਾ। ਇਸ ਕਰਕੇ ਭਗਵੰਤ ਮਾਨ ਅਗਰ ਵਾਕਈ ਕਹਿੰਦੇ ਕਿ ਅਸੀਂ ਕੱਟੜ ਇਮਾਨਦਾਰ ਹੈ, ਫਿਰ ਉਹਦੇ ਤੇ ਪਰਚਾ ਵੀ ਦਰਜ ਕਰਨ, ਫਿਰ ਉਹਨੂੰ ਫੜ ਕੇ ਵੀ ਅੰਦਰ ਦੇਣ, ਜਿੱਦਾਂ ਇਹਨਾਂ ਨੇ ਆਪਣੇ ਡਾਕਟਰ ਵਿਜੇ ਸਿੰਗਲਾ ਨੂੰ ਆਪ ਦਿੱਤਾ ਸੀ, ਜਿਹਦੀ ਆਡੀਓ ਕਿਸੇ ਨੇ ਸੁਣੀ ਨਹੀਂ। ਇਹਦੀ ਤਾਂ ਆਡੀਓ ਸਾਰੀ ਦੁਨੀਆ ਨੇ ਸੁਣ ਲਈ ਹੈ। ਸੋ ਸਾਡਾ ਇਹ ਕਰਪਸ਼ਨ ਬਹੁਤ ਵੱਡਾ ਇਸ਼ੂ, ਕਰਪਸ਼ਨ ਰਿਪੀਟਿਡਲੀ ਪੰਜਾਬ ਦੇ ਵਿੱਚ ਮਸਲਾ ਬਣ ਰਿਹਾ। ਲਵਲੀ ਯੂਨੀਵਰਸਿਟੀ ਹੈ, ਇਹਦਾ ਮਾਲਕ 100 ਕਰੋੜ ਰੁਪਏ ਦੀ 13 ਕਿੱਲੇ ਜ਼ਮੀਨ ਦੱਬੀ ਫਿਰਦਾ ਵਾ ਵਿਦਨ ਦਾ ਕੰਪਾਊਂਡ ਜਿਹੜਾ ਇਹਨੇ ਆਪਣੀ ਯੂਨੀਵਰਸਿਟੀ ਬਣਾਈ, ਔਰ ਉਹ 13 ਕਿੱਲੇ ਅੰਦਰ ਲੈ ਕੇ 100 ਕਰੋੜ ਦੀ ਉਹਨਾਂ ਨੂੰ ਬਾਹਰ ਵੇਈ ਦੇ ਕੰਢੇ ਦੇ ਦਿੱਤੀ 2 ਕਰੋੜ ਰੁਪਏ ਦੀ ਜ਼ਮੀਨ, ਤੇ ਉਹਨੂੰ ਸਰਕਾਰ ਕੁਝ ਨਹੀਂ ਕਹਿ ਰਹੀ ਕਿਉਂਕਿ ਉਹਨਾਂ ਦਾ ਮੈਂਬਰ ਪਾਰਲੀਮੈਂਟ ਬਣ ਗਿਆ ਰਾਜ ਸਭਾ ਦਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਯੂਨੀਵਰਸਿਟੀ 2006-07 ਦੇ ਵਿੱਚ ਆਪਣੀ ਬਣਾ ਲਈ, ਉੱਥੇ ਬਿਲਡਿੰਗਾਂ ਖੜੀਆਂ ਕਰ ਲਈਆਂ, 10 ਸਾਲ ਬਾਅਦ CLU ਲਈ ਆ, ਤੇ ਭਗਵੰਤ ਮਾਨ ਕਹਿੰਦਾ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਹੈ, ਫਿਰ ਉਹਦੇ ਖਿਲਾਫ ਵੀ ਐਕਸ਼ਨ ਲਵੇ। ਉਹ ਅਫਸਰ ਜਿਨ੍ਹਾਂ ਨੇ CLU ਦੇਤਾ ਵਾਈਲ ਇਟ ਵਾਸ ਬਿਲਟ ਔਨ ਦ ਪੰਚਾਇਤ ਲੈਂਡ, ਹਾਊ ਕੈਨ ਇਟ ਬੀ ਡਨ। ਇਹਨਾਂ ਦਾ ਦੂਜਾ ਜਿਹੜਾ ਵਾਤਾਵਰਨ ਪ੍ਰੇਮੀ MP ਹੈ ਸੀਚੇਵਾਲ, ਉਹਦੇ ਕੋਲ 22-23 ਕਿੱਲੇ ਜ਼ਮੀਨ ਆ ਸ਼ਾਹਕੋਟ ਏਰੀਆ ਸੁਲਤਾਨਪੁਰ, ਮੈਂ ਨਾਮ ਦੱਸਿਆ ਹੋਇਆ ਵਾ, ਉਹ ਤੋਂ ਕਿਉਂ ਨਹੀਂ ਛਡਾਉਂਦੇ? ਆਖੇ ਜੀ ਮੈਂ ਗਊ ਮਾਤਾ ਦੀ ਸੇਵਾ ਕਰ ਰਿਹਾ, ਉਹ ਤਾਂ ਸਾਡੀ ਸੈਸ ਕੱਟੀ ਜਾਂਦੀ ਬਿਜਲੀ ਦੇ ਬਿੱਲ ਚੋਂ, ਟੈਕਸ ਲੈਂਦੀ ਸਾਡਾ ਗਵਰਨਮੈਂਟ ਫॉर ਲੁਕਿੰਗ ਆਫਟਰ ਦ ਕਾਊਜ਼ ਆਫ ਸਟੇਟ। ਸਾਡੇ ਹਰ ਸ਼ਰਾਬ ਦੀ ਬੋਤਲ ਤੇ ਗਊ ਸੈਸ ਲੱਗੀ ਹੋਈ ਹੈ। ਸੋ ਇਹ ਮਸਲੇ ਨੇ, ਜਦੋਂ ਸਰਕਾਰਾਂ ਜਦੋਂ ਕੰਮ ਕਰਦੀਆਂ ਨੇ ਨਾ ਜੀ, ਜਦੋਂ ਸਿਲੈਕਟਿਵ ਟਾਰਗੇਟਿੰਗ, ਹੁਣ ਅੱਜ ਕੀ ਹੋ ਰਿਹਾ ਕਿ ਆਪੋਜੀਸ਼ਨ ਨੂੰ ਟਾਰਗੇਟ ਕੀਤਾ ਜਾ ਰਿਹਾ। ਮੈਂ ਭ੍ਰਿਸ਼ਟਾਚਾਰ ਦੇ ਸਖਤ ਖਿਲਾਫ ਹਾਂ, ਦੇ ਮਸਟ ਇਨਵੈਸਟੀਗੇਟ ਐਵਰੀਬਡੀ ਹੂ ਇਜ਼ ਕਰਪਟ, ਲੇਕਿਨ ਯੂ ਕੈਨ ਨਾਟ ਡਿਫੈਂਡ ਯਰ ਓਨ ਪੀਪਲ ਦੈਨ ਕਿ ਆਹ ਮੇਰਾ ਵਾ ਲਵਲੀ ਯੂਨੀਵਰਸਿਟੀ ਵਾਲਾ ਤੇ ਸੀਚੇਵਾਲ ਦਾ ਬਾਬਾ, ਤੇ ਇਹਨਾਂ ਦੇ ਖਿਲਾਫ ਮੈਂ ਕੁਝ ਨਹੀਂ ਹੋਣ ਦੇਣਾ, ਤੇ ਦੂਜਿਆਂ ਨੂੰ ਮੈਂ ਕਰਨੀ ਹੈ ਕਾਰਵਾਈ, ਵਿਚ ਇਜ਼ ਰੌਂਗ। ਧੰਨਵਾਦ ਖਹਿਰਾ ਸਾਹਿਬ ਗੱਲਬਾਤ ਕਰਨ ਦੇ ਲਈ। ਤਾਂ ਸਿੱਧੇ ਰੂਪ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਲੈ ਕੇ ਆ ਰਹੀ ਹੈ ਕਾਂਗਰਸ ਪਾਰਟੀ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਸਿਰਫ ਪੰਜਾਬੀ ਹੀ ਖਰੀਦ ਸਕਦੇ ਆ, ਜਿਸ ਤਰੀਕੇ ਨਾਲ ਹਿਮਾਚਲ ਦੇ ਵਿੱਚ ਹੈਗਾ ਰੂਲ ਹੈਗਾ ਕਿ ਉੱਥੇ ਇਕੱਲੇ ਹਿਮਾਚਲ ਦੇ ਮੂਲ ਨਿਵਾਸੀ ਹੀ ਜਗ੍ਹਾ ਖਰੀਦ ਸਕਦੇ ਆ। ਤਾਂ ਹੁਣ ਪੰਜਾਬ ਦੇ ਵਿੱਚ ਵੀ ਇਹ ਬਿੱਲ ਲਿਆਉਣ ਦੀ ਕਵਾਇਦ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ। ਸਰਕਾਰ ਦੇ ਉੱਪਰ ਦੇਖਣਾ ਅਹਿਮ ਆ ਕਿ ਕੀ ਇਸ ਬਿੱਲ ਨੂੰ ਉਹ ਮਨਜ਼ੂਰੀ ਦੇਣਗੇ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਪ੍ਰਵਾਸ ਬਾਹਰ ਨੂੰ ਹੋ ਰਿਹਾ ਹੈ ਤੇ ਗੈਰ ਪੰਜਾਬੀ ਲੋਕ ਇੱਥੇ ਆ ਕੇ ਜ਼ਮੀਨਾਂ ਖਰੀਦ ਰਹੇ ਨੇ। ਤਾਂ ਸ਼ੰਕਾ ਹੈ ਸੁਖਪਾਲ ਸਿੰਘ ਖਹਿਰਾ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪਹਿਲਾਂ ਵਰਗਾ ਪੰਜਾਬ ਨਹੀਂ ਬਲਕਿ ਹੋਰ ਸਟੇਟਾਂ ਦੇ ਲੋਕ ਇੱਥੇ ਆ ਕੇ ਜ਼ਮੀਨ ਖਰੀਦਣਗੇ, ਜਿਸ ਦੇ ਨਾਲ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।